5 ਸਾਲ ਹੋਏ ਨੇ ਜਨਾਬ। ਇੱਕ ਐਸੀ ਰਾਤ ਆਈ, ਇਹਨੂੰ ਫਾਲਤੂ ਅਟੈਕ ਹੋਇਆ। ਫਾਲਤੂ ਅਟੈਕ ਜਦੋਂ ਹੋਇਆ ਤੇ ਇਹਦਾ ਆਧਾ ਹਿੱਸਾ ਜਿਹੜਾ ਡੈਮੇਜ ਹੋ ਗਿਆ ਤੇ ਕਈ ਰਾਤਾਂ ਭੁੱਖਿਆਂ ਸੌਂਦੇ ਰਹੇ, ਕਈ ਰਾਤਾਂ। ਤੇ ਜੇ ਭੁੱਖੇ ਸੌਂ ਗਏ ਤੇ ਦਿਨੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਅਸਾਂ ਰੋਟੀ ਖਾਣੀ ਹੈ, ਤੇ ਰੋਟੀ ਇਹਨੂੰ ਪਕਾ ਕੇ ਆਟਾ ਗੁੰਨ ਕੇ ਖਵਾਉਣਾ ਵਾ। ਇਹਨੂੰ ਛੱਡ ਕੇ ਮੈਂ ਅੱਜ ਕਿੱਥੇ ਜਾਵਾਂ? ਇਹਨੂੰ ਕੌਣ ਪਿਸ਼ਾਬ ਕਰਾਏਗਾ? ਇਹਨੂੰ ਪਾਣੀ ਕੌਣ ਪਿਲਾਏਗਾ? ਇਹ ਰੋਂਦੀ ਤੇ ਮੈਂ ਵੀ ਰੋਣਾ, ਕਿਉਂਕਿ ਮੈਨੂੰ ਅੰਦਰੋਂ ਨਾ ਇੱਕ ਆਰ ਜੀ ਲੱਗ ਗਈ ਹੈ ਇੱਕ ਹੁਣ ਦੀ। ਇਹਨੂੰ ਪਤਾ ਹੈ ਤੋਂ ਬਗੈਰ ਇੱਕ ਲम्हा नहीं गुजारता। अस्सलामुअलैकुम। आप टीवी से मैं हूं फैसल खान सूरी। मेरे साथ यूसुफ साहब मौजूद हैं और उस जानिब इनकी मिसेस मौजूद हैं। यूसुफ साहब की बीवी को तकरीबन 5 साल पहले फॉलज हुआ था और इनका लेफ़्ट साइड का मुकम्मल हिस्सा डैमेज हो चुका है। बिल्कुल भी हरकत नहीं कर सकती हैं ये, ना ही ये बोल सकती हैं। यूसुफ साहब खुद ही मेहनत मजदूरी करते हैं और कमा कर लाते हैं, इनको भी खिलाते हैं, खुद भी खाते हैं। इस एक छोटे से कमरे में रहते हैं। इतना कमाते हैं ये कि इनके घर में पंखा भी नहीं चल सकता। बिजली का बिल अदा करने के लिए इनके पास पैसे नहीं हैं। यूसुफ साहब मुझे बहुत प्यारी बात बता रहे थे कुछ देर पहले कि 5 सालों में कोई ऐसा वक्त नहीं गुज़रा जब मैंने पहले खाया हो। मैं पहले अपनी बीवी को खिलाता हूँ, फिर खुद खाता हूँ। ये मोहब्बत की अजीम दास्तान इन्हीं से जानते हैं। सारी ज़िंदगी अपनी बीवी के लिए फ़दा कर दी और अब ज़िंदगी गुजार रहे हैं तो सिर्फ़ और सिर्फ बीवी के लिए। इन्हीं से बात करते हैं। यूसुफ साहब, कब हुआ था फालज? इनका इलाज क्यों नहीं करवाया आपने? जी 5 साल हो गए ने, बिल्कुल 5 साल होए ने जनाब। एक ऐसी रात आई, ਇਹਨੂੰ ਫਾਲਤੂ ਅਟੈਕ ਹੋਇਆ। ਫਾਲਤੂ ਅਟੈਕ ਜਦੋਂ ਹੋਇਆ ਤੇ ਇਹਦਾ ਆਧਾ ਹਿੱਸਾ ਜਿਹੜਾ ਡੈਮੇਜ ਹੋ ਗਿਆ। ਜਦੋਂ ਇਹਦਾ ਅੱਧਾ ਹਿੱਸਾ ਡੈਮੇਜ ਹੋ ਗਿਆ ਤੇ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਸਨ। ਮੈਂ ਮਿਹਨਤ ਮਜ਼ਦੂਰੀ ਕਰਦਾ ਸਾਂ। यूसुफ साहब, 5 साल से आपकी बीवी चारपाई पे है और आप संभालते हैं, तो कमाने कैसे जाते हैं बाहर? ਬਸ ਜੀ, ਉਹ ਪਾਕ ਜ਼ਾਤ ਹੈ ਜਿਹੜੀ ਅੱਲਾਹ ਤਾਲਾ ਦੀ, ਉਹ ਕੋਈ ਨਾ ਕੋਈ ਜ਼ਰੂਰ ਜ਼ਰੀਆ ਬਣਾ ਦਿੰਦੀ ਹੈ। ਬੜੀ ਮੁਸ਼ਕਲ ਵਕਤ ਆਇਆ ਹੈ ਤੇ ਸੋਚੀਦਾ ਸੀ ਅੱਜ ਦੀ ਸ਼ਾਮ ਕਿੱਥੋਂ ਆਏਗਾ, ਲੇਕਿਨ ਫਿਰ ਵੀ ਉਹ ਪਾਕ ਜ਼ਾਤ ਦੇ ਦਿੰਦੀ ਸੀ। ਕਿਸੇ ਹੀਲੇ ਨਾਲ, ਕਿਸੇ ਬਹਾਨੇ ਨਾਲ ਸਾਨੂੰ ਲੱਭ ਜਾਂਦਾ ਸੀ ਜੀ। ਤੇ ਇਸ ਤਰ੍ਹਾਂ ਹੀ ਸਾਡਾ ਗੁਜ਼ਾਰਾ ਚੱਲਦਾ ਰਿਹਾ ਹੈ। ਤੇ ਕਈ ਰਾਤਾਂ ਭੁੱਖਿਆਂ ਸੌਂਦੇ ਰਹੇ, ਕਈ ਰਾਤਾਂ। ਤੇ ਜੇ ਭੁੱਖੇ ਸੌਂ ਗਏ ਤਾਂ ਦਿਨੇ ਕਿਸੇ ਨੂੰ ਇਹ ਨਹੀਂ ਆਖਿਆ कि असां रोटी खानी है। किस तरह संभालते हैं? रोज़ उठते हैं, वॉशरूम करवाते हैं, सब कुछ करना पड़ता है जो औरत करती है मर्द के लिए। तो कैसे मैनेज करते हैं? मैं इंदा जनाब नहाना धोना, इंदे कपड़े धोना वा, फिर रोटी इनू पका के आटा गुन के खवाना वा। मैंने इहदे च बड़ा मज़ा आंदा है। लेकिन अफसोस है यार, बहुत ज़्यादा हकीकत नूं झूठ च दुनिया समझ लेंदी है। इत्थों आ के ना बहुत अफसोस हुंदा है। ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ। ਉਹਦੇ ਘਰ ਜਾ ਕੇ ਪਤਾ ਕਰਨ ਚਾਹੀਦਾ ਕਿ ਵਾਕਈ ਇਹਦੀ ਬੀਵੀ ਨੂੰ ਫਾਲਜ ਅਟੈਕ ਹੈ। ਇਹ ਵਾਕਈ ਬੰਦਾ ਕੋਈ ਕੰਮ ਨਹੀਂ ਕਰ ਸਕਦਾ। ਇਹਨੂੰ ਛੱਡ ਕੇ ਮੈਂ ਅੱਜ ਕਿੱਥੇ ਜਾਵਾਂ? ਇਹਨੂੰ ਕੌਣ ਪਿਸ਼ਾਬ ਕਰਾਏਗਾ? ਇਹਨੂੰ ਪਾਣੀ ਕੌਣ ਪਿਲਾਏਗਾ? आपकी बीवी को शर्म महसूस नहीं होती कि मेरा खामद ये सब कुछ कर रहा है? ਨਹੀਂ, ਉਹਨੂੰ ਕੋਈ ਸ਼ਰਮ ਨਹੀਂ, ਮੇਰੇ ਤੋਂ ਕੋਈ ਪਰਦਾ ਨਹੀਂ। ਕਿਉਂਕਿ ਦੋ ਜੀ ਜਿਹੜੇ ਹੁੰਦੇ ਨੇ ਇਹ ਹਮਰਾਜ਼ ਹੁੰਦੇ ਨੇ, ਇੱਕ ਦੂਜੇ ਵਾਸਤੇ ਬਣੇ ਨੇ। ਆਖਰਤ ਦੇ ਵਿੱਚ ਹੀ ਇਨਸਾਨ ਨੂੰ ਉਹਨਾਂ ਕੋਈ ਬੀਵੀ ਨਾਲ ਚੱਲਣਾ ਚਾਹੀਦਾ ਹੈ, ਮਤਲਬ ਅੱਲਾਹ ਤਾਲਾ ਦੀ ਪਕੜ 'ਚ ਆ ਜਾਏ। यूसुफ साहब, कैसे समझते हैं इनके अशारों को? ये बोल भी नहीं पाती। रानू ज़रा बोलना। रोना नहीं रान, रोना का कोई मसला नहीं गा, रोना नहीं। पता की ऐं करके ये करे ना, इसका क्या मतलब है? इसका मतलब है कि मैं ठीक सा, ਹੁਣ ਮੈਂ ਬੋਲ ਨਹੀਂ ਸਕਦੀ ਹੈਗੀ, ਲੇਕਿਨ ਗੱਲ ਤਾਂ ਮੈਂ ਸਾਰੀ ਸਮਝਣੀ ਆ। रोती तो होंगी ये। ਜੀ ਇਹ ਰੋਂਦੀ ਹੈ ਤੇ ਮੈਂ ਇਸੇ ਵਾਸਤੇ, ਇਹ ਰੋਂਦੀ ਤੇ ਮੈਂ ਵੀ ਰੋਣਾ, ਕਿਉਂਕਿ ਮੈਨੂੰ ਅੰਦਰੋਂ ਨਾ ਇੱਕ ਆਰ ਜੀ ਲੱਗ ਗਈ ਹੈ ਇੱਕ ਹੁਣ ਦੀ। ਤੇ ਇਸ ਚੀਜ਼ ਨੂੰ ਨਾ ਮੱਦੇ ਨਜ਼ਰ ਰੱਖਦੇ ਹਾਂ ਕਿ ਮੈਂ ਜਨਾਬ ਗਮਜ਼ਾਦਾ ਰਹਿੰਦਾ ਵਾਂ। ਲੇਕਿਨ ਸੁਬਾਹ ਉੱਠ ਕੇ ਆਟਾ ਗੁੰਨ ਕੇ ਇਹਨੂੰ ਫੌਰੀ ਤੌਰ 'ਤੇ ਜੋ ਚੀਜ਼ ਆ ਕੇ ਮੈਂ ਪਕਾ ਕੇ ਇਹਨੂੰ ਖਵਾ ਕੇ, ਭਾਂਡੇ ਛਾਂਡੇ ਬਰਤਨ ਮਾਂਜ ਮੂੰਜ ਕੇ, ਸਫਾਈਆਂ ਕਰਕੇ ਜਨਾਬ, ਕੰਘਾ ਸ਼ੰਘਾ ਇਹਨੂੰ ਸਾਰਾ ਕੁਝ ਕਰਕੇ, ਤੇ ਮੈਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ, ਬਹੁਤ ਸਕੂਨ ਮਿਲਦਾ। ਫਿਰ ਮੈਂ ਆਪਣੀ ਮੰਜ਼ਿਲ ਵੀ ਕਰਨਾ, ਨਹਾ ਧੋ ਕੇ ਜਨਾਬ जी। इसे तंग नहीं आगे? बिजली का बिल अदा करने के लिए पैसे नहीं है, बीवी के लिए दवाइयाँ लाने के पैसे नहीं है, बच्चों की अच्छे से कफालत करने के लिए पैसे नहीं है। जी ज़िंदगी जड़ी है ना, इहदे च इम्तिहान ने।
ਅੱਛੇ ਲੋਕਾਂ ਦੇ ਇਮਤਿਹਾਨ ਹੁੰਦੇ ਨੇ, ਬੁਰੇ ਲੋਕਾਂ ਦੇ ਵਕਤ ਆ ਜਾਣਾ ਤਾਂ ਕੀ ਕਰਨ ਦੇ, ਖੁਦਕਸ਼ੀ ਕਰ ਜਾਂਦੇ। ਮੈਂ ਵੀ ਇਹ ਸੋਚਿਆ ਸੀ 100 ਵਾਰ, ਲੇਕਿਨ ਨਹੀਂ, ਉਹ ਕੋਈ ਜ਼ਿੰਦਗੀ ਨਹੀਂ ਜਿਹੜੀ ਕਿਸੇ ਦੇ ਕੰਮ ਨਾ ਆਏ। ਇਹਨਾਂ ਦਿਲਾਂ ਦੇ ਵਿੱਚ ਤਾਂ ਰੱਬ ਦੀ ਜ਼ਾਤ ਵਸਦੀ ਹੈ। ਇਹੋ ਚੀਜ਼ਾਂ ਤੇ ਵੇਖੀਆਂ ਜਾਣੀਆਂ ਨੇ, ਇਨਸਾਨੀਅਤ, ਹਾਏ, ਦਰਦ, ਮੁਹੱਬਤ, ਖਲੂਸ, ਇਹ ਕਹਿੰਦਾ ਨਾ ਹੈ। ਇਹ ਚੀਜ਼ ਵੇਖੀਆਂ ਜਾਣੀਆਂ ਨੇ। ਅੱਲਾਹ ਤਾਲਾ ਨੇ ਇਬਾਦਤ ਇੱਕ ਸਾਈਡ ਤੇ ਕਰ ਦੇਣੀ। इतनी मोहब्बत करते हैं, बीवी से दूसरी शादी करने का नहीं सोचा आपने? ਜੀ ਕਦੀ ਸੋਚਿਆ ਵੀ ਨਹੀਂ, ਹਰਗਜ਼ ਹੀ ਨਹੀਂ, ਕਿ ਕਾਸ਼ ਮੈਂ ਆਪਣੀ ਬੀਵੀ ਨੂੰ ਇੰਨਾ ਕੁ ਮੁਹੱਬਤ ਕਰਨਾ, ਜੇ ਮੈਂ ਕਿਤੇ ਚਲਾ ਵੀ ਜਾਣਾ ਨਾ ਅੱਧੇ ਘੰਟੇ ਵਾਸਤੇ, 2 ਘੰਟਿਆਂ ਵਾਸਤੇ, ਤੇ ਯਕੀਨ ਕਰੋ ਕਿ ਮੈਂ ਇੱਥੇ ਹੀ ਹੁੰਨਾ, ਮੇਰਾ ਦਿਲ ਇੱਥੇ ਹੁੰਦਾ ਹੈ। किराए के कमरे में रहते हैं आप? ਜੀ ਜੀ, ਕਿਰਾਏ ਤੇ। कितना किराया है इसका? ਇਹਦਾ ਕਿਰਾਇਆ ਹੈ ਜਨਾਬ 11,000। वो 11,000 कैसे कमाते हैं, कहाँ से आता है? ਤੁਹਾਨੂੰ ਦੱਸਿਆ ਕਿ ਪਾਕ ਜ਼ਾਤ ਹੈ ਜਿਹੜੀ, ਹਲਫ ਵੀ ਹੁੰਦੇ ਨਾਲ ਜਨਾਬ, ਹਲਫ ਹੁੰਦੀ ਰਹੀ ਹੈ, ਲੇਕਿਨ ਉਹ ਹਲਫ ਮੇਰੀ, ਜਿਹੜੇ ਕੁਝ ਲੋਕ ਨਾਰਾਜ਼ ਹੋ ਗਏ ਮੇਰੇ ਨਾਲ, ਉਹਨੇ ਇਸ ਚੀਜ਼ ਨੂੰ ਡਾਊਟ ਸਮਝਿਆ, ਝੂਠ ਸਮਝਿਆ। ਫੋਨ ਕਰਨਾ ਜਨਾਬ, ਫੋਨ ਜਦੋਂ ਕਰਨਾ ਮਦਦ ਹੋਣ ਲੱਗ ਪਈ ਸੀ। ਇੱਕ ਮੇਰੀ ਵੀਡੀਓ ਬਣੀ ਸੀ ਤੇ ਉਹਨਾਂ ਤੇ ਅੱਲਾਹ ਤਾਲਾ ਰਹਿਮ ਤੇ ਕਰਮ ਤੇ ਫਜ਼ਲ ਤੇ ਆਪਣੀ ਰਹਿਮਤ, ਆਪਣੀ ਨਵਾਜ਼ਿਸ਼ ਅਨਾਇਤ ਫਰਮਾਏ ਮਦੀਨੇ ਵਾਲੇ ਦੇ ਸਦਕੇ। ਉਹਨਾਂ ਹਲਫ ਕੀਤੀ, ਲੇਕਿਨ ਉਹ ਮੇਰੇ ਨਾਲ ਨਾਰਾਜ਼ ਹੋ ਗਏ। ਨਾਰਾਜ਼ ਕਿਉਂ ਹੋ ਗਏ? ਕਿ ਇਹ ਹਕੀਕਤ ਨਹੀਂ, ਇਹ ਝੂਠ ਹੈ। ਲੇਕਿਨ ਮੈਨੂੰ ਬੜਾ ਅਫਸੋਸ ਹੈ, ਮੈਂ ਉਹਨਾਂ ਨੂੰ ਜਨਾਬ ਯਕੀਨ ਦਹਾਨੀ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਰੋਟੀ ਚੱਲ ਗਈ ਹੈ, ਲੇਕਿਨ ਉਹਨਾਂ ਦੁਬਾਰਾ ਜਨਾਬ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਨਾਲ, ਉਹ ਮੇਰੇ ਤੇ ਨਾਰਾਜ਼ ਹੋ ਗਏ ਵੀ ਇਹ ਝੂਠ ਹੈ। जब बीवी रोती है, परेशान होती है, तो प्यार का इजहार कैसे करते हैं? ਪਿਆਰ ਦਾ ਹਜ਼ਾਰ ਜਨਾਬ, ਜਦੋਂ ਇਹਨੂੰ ਪਤਾ ਹੈ ਕਿ ਮੇਰੇ ਤੋਂ ਬਗੈਰ ਇੱਕ ਲਮਹਾ ਨਹੀਂ ਗੁਜ਼ਾਰਦਾ। ਰਾਤ ਨੂੰ ਇਹਨੂੰ ਦਵਾਈ ਦੇਣੀ ਹੈ, ਮਾਸ਼ਾਅੱਲਾ 2-2.5 ਮਣ ਦੀ ਹੈ, ਕੋਈ ਇਹਨੂੰ ਪਿਸ਼ਾਬ ਵੀ ਨਹੀਂ ਕਰਾ ਸਕਦਾ ਮੇਰੀ ਜ਼ਾਤ ਤੋਂ ਸਿਵਾ। ਇਸ ਜਗ੍ਹਾ ਤੇ ਮੈਂ ਇਹਨੂੰ ਪਿਸ਼ਾਬ ਕਰਾਉਣਾ ਥੱਲੇ ਟੱਪ ਰੱਖ ਕੇ, ਮੇਰੀ ਤਾਂ ਜ਼ਿੰਦਗੀ ਦੇ ਨਾਲ ਲੱਗ ਗਈ ਹੈ। ਅੱਲਾਹ ਤਾਲਾ ਪਤਾ ਨਹੀਂ ਮੇਰੇ ਇਹ ਜਿਹੜੇ ਇਮਤਿਹਾਨ ਹੈ, ਅੱਲਾਹ ਤਾਲਾ ਮੈਨੂੰ ਇਹਦੇ ਇਮਤਿਹਾਨ ਦੇ ਵਿੱਚ ਪਾਸ ਕਰੇ। ਤੇ ਮੇਰੀ ਇਹੋ ਹੀ ਅੱਲਾਹ ਤਾਲਾ ਦੇ ਅੱਗੇ ਦੁਆ ਹੈ ਕਿ ਯਾ ਅੱਲਾ ਮੇਰਾ ਕਿਰੇ ਨਾ ਕਿਰੇ ਵਸੀਲਾ ਰੋਟੀ ਦਾ ਬਣਾਈ ਰੱਖੀ। बिल्कुल जी, गुर्बत और बीमारी इंसान को आधे से ज़्यादा मार देती है। अपने इर्द गिर्द ज़रूर देखा करें कि आपके घर के आसपास कोई ऐसा तो नहीं है जो भूखा सो रहा हो, जो बीमार हो, जिसके पास पैसे ना हो अपनी बीमारी का इलाज करवाने के लिए। ऐसे लोगों का ज़रूर ख्याल किया करें। मैं इनके साथ हमदर्दी करते हुए इनका नंबर स्क्रीन पे चला रहा हूँ। जितना हो सके इनकी मदद कीजिएगा, अल्लाह ताला आप पे करम करेगा। और ऐसी जोड़ियाँ बहुत कम होती हैं, ऐसे मर्द बहुत कम पैदा होते हैं जो अपनी बीवी के लिए अपनी ज़िंदगियाँ कुर्बान कर देते हैं। ये शख्स भी चाहता तो कहीं और शादी कर सकता था, छोड़ देता अपनी बीवी को किसी और के सहारे, लेकिन उसने नहीं सोचा ऐसा शख्स जो बग़ैर पंखे के इस छत के नीचे तो बैठा हुआ है, लेकिन हवा लेना नसीब नहीं है। वो बेचारी जो बीमार है, वो किस हालत में है, कैसे ज़िंदगी गुजार रही है, एक एक लम्हा गुजारना मुश्किल हो जाता है ऐसे वक्त से। प्लीज़ ऐसे लोगों की ज़रूर मदद कीजिएगा। अल्लाह ने के